बिस्मिल्लाहिर्रहमानिर्रहीम। सऊदी अरब का एक वफद आया वे और वो वफद पाकिस्तान वास्ते इस वास्ते बड़ा अहम हैगा वे कि पूरी दुनिया 'ਚ ਜਦੋਂ ਇਨਵੈਸਟਮੈਂਟ ਪਾਕਿਸਤਾਨ ਨਹੀਂ ਆ ਰਹੀ ਤੇ ਪਾਕਿਸਤਾਨ ਦੇ ਹੁਕਾਮ ਨੇ ਬੜੀਆਂ ਕੋਸ਼ਿਸ਼ਾਂ ਕਰਕੇ ਸਾਊਦੀ ਹੁਕਾਮ ਨੂੰ ਰਾਜ਼ੀ ਕੀਤਾ ਔਰ ਪਿਛਲੇ ਕੁਝ ਵਾਅਦੇ ਯਾਦ ਦਿਵਾਏ ਔਰ ਉਹਨਾਂ ਦਾ ਕਨੈਕਸ਼ਨ ਉਦੋਂ ਜੋੜਿਆ ਜਦੋਂ ਇਮਰਾਨ ਖਾਨ ਦੀ ਗਵਰਨਮੈਂਟ ਸੀ ਔਰ ਵਲੀ ਅਹਿਦ ਜਿਹੜੇ ਹੈਗੇ ਨੇ ਮੁਹੰਮਦ ਬਿਨ ਸਲਮਾਨ ਉਹ ਇੱਥੇ ਤਸ਼ਰੀਫ ਲਿਆਏ ਪਾਕਿਸਤਾਨ ਤੇ ਉਹਨਾਂ ਨੂੰ ਇਮਰਾਨ ਖਾਨ ਦੀ ਗਵਰਨਮੈਂਟ ਨੇ ਕਿਹਾ ਕਿ ਪਾਕਿਸਤਾਨ ਦੇ ਵਿੱਚ ਇਨਵੈਸਟਮੈਂਟ ਕਰੋ। ਉਹ ਅਗਰੀ ਵੀ ਹੋ ਗਏ। ਉਹਨਾਂ ਕੋਲ 14 ਅਰਬ ਡਾਲਰ ਦੀ ਗੱਲ ਕੀਤੀ ਸੀ। ਬਾਅਦ ਦੇ ਵਿੱਚ ਪੀਡੀਐਮ ਦੀ ਗਵਰਨਮੈਂਟ ਨੇ ਵੀ ਜਦੋਂ ਪਰਸੂ ਕੀਤਾ ਤੇ ਉਹਨਾਂ ਨੇ ਕਿਹਾ ਕਿ ਜਨਾਬ ਮੈਂ ਆਪਣੇ ਵਾਅਦੇ ਤੇ ਕਾਇਮ ਹਾਂ। ਲੇਕਿਨ ਮਸਲਾ ਇਹ ਵੇ ਕਿ ਪਾਕਿਸਤਾਨ ਦੇ ਜਿਹੜੇ ਇਦਾਰੇ ਨੇ ਸਰਕਾਰੀ ਜਿਨ੍ਹਾਂ ਨਾਲ ਇਨਵੈਸਟਰਸ ਨੂੰ ਵਾਹ ਪੈਂਦਾ ਵੇ ਉਹਦੇ 'ਚ ਯੂਟਿਲਿਟੀ ਬਿੱਲਾਂ ਵਾਲੇ ਨੇ, ਟੈਕਸਿਸ ਦੇ ਮਹਿਕਮੇ ਨੇ, ਸ਼ਹਿਰੀ ਸਫਾਈ ਦੇ ਨੇ ਮਹਿਕਮੇ, ਇੰਤਜ਼ਾਮ ਦੇ ਮਹਿਕਮੇ ਨੇ, ਇੰਤਜ਼ਾਮੀਆਂ ਨੇ, ਇਹਨਾਂ ਸਾਰਿਆਂ ਦੇ ਹੱਥੋਂ ਤੰਗ ਹੋ ਕੇ ਇਨਵੈਸਟਰ ਇੱਥੋਂ ਭੱਜ ਜਾਂਦੇ ਤੇ ਉਹਨਾਂ ਕਿ ਅਗਰ ਤੁਸੀਂ ਚਾਹੁੰਦੇ ਜੇ ਕਿ ਸਾਊਦੀ ਅਰਬ ਇੱਥੇ ਇਨਵੈਸਟਮੈਂਟ ਕਰੇ ਤੇ ਫਿਰ ਇਹ ਵੇ ਕਿ ਇਹਨਾਂ ਕੋਲੋਂ ਸਾਡੀ ਜਾਨ ਛਡਾ ਦੇ। ਅੱਛਾ, ਇਹ ਗੱਲ ਬੜੀ ਵੱਡੀ ਹੈਗੀ ਇਸ ਵਾਸਤੇ ਕਿ ਇਹਦੇ ਤੋਂ ਪਤਾ ਲੱਗਦਾ ਕਿ ਸਾਡੇ ਹਾਂ ਇਨਵੈਸਟਮੈਂਟ ਨਾ ਹੋਣ ਦੀ ਜਿੱਥੇ ਅਮਨੋ ਮਾਨ ਦੇ ਕਰਪਸ਼ਨ ਔਰ ਬਾਕੀ ਮਾਮਲਾ ਦੇ ਉੱਥੇ ਇੱਕ ਵਜ੍ਹਾ ਇਹ ਵੀ ਹੈਗੀ ਹੈ ਕਿ ਜਿਹੜੇ ਸਾਡੇ ਸਰਕਾਰੀ ਇਦਾਰੇ ਨੇ ਮੁਤਲਕਾ ਉਹਨਾਂ ਦੀ ਕਪੈਸਿਟੀ ਨਹੀਂ ਰਹੇਗੀ ਔਰ ਉਹ ਇਨਵੈਸਟਰ ਨੂੰ ਪਰੇਸ਼ਾਨ ਕਰਦੇ। ਖੈਰ, ਇਹਦੇ ਉੱਤੇ ਕਿਉਂਕਿ ਪਾਕਿਸਤਾਨ ਨੂੰ ਸੀਰੀਅਸ ਚੈਲੰਜ ਹੈਗੇ ਨੇ ਮਈਸ਼ਤ ਦੇ ਹਵਾਲੇ ਨਾਲ ਤੇ ਮੰਨਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਜਾਂ ਤਾਂ ਬਰਤਾਨੀਆ ਤੋਂ, ਅਮਰੀਕਾ ਤੋਂ, ਯੂਰਪ ਤੋਂ, ਈਵਨ ਕਿ ਸਾਡੇ ਖਿੱਤੇ ਦੇ ਕੋਈ ਮੁਲਕ ਤੋਂ ਆ ਜਾਂਦੇ ਇਨਵੈਸਟਰ, ਇੱਥੇ ਕੋਈ ਵੀ ਆਉਣ ਨੂੰ ਤਿਆਰ ਨਹੀਂ ਹੈਗਾ। ਤੇ ਇਸ ਸੂਰਤ ਹਾਲ ਦੇ ਵਿੱਚ ਜਦੋਂ ਸਾਊਦੀ ਅਰਬ ਤਿਆਰ ਹੋ ਗਿਆ ਤੇ ਫਿਰ ਪਾਕਿਸਤਾਨ ਨੂੰ ਉਹਦੀ ਕੋਈ ਸ਼ਰਤ ਵੀ ਮੰਨਣੀ ਪਈ ਔਰ ਉਸੇ ਸ਼ਰਤ ਦੀ ਤਾਮੀਲ ਦੇ ਵਿੱਚ ਸਪੈਸ਼ਲ ਇਨਵੈਸਟਮੈਂਟ ਦੀ ਜਿਹੜੀ ਕੌਂਸਲ ਬਣੀ, ਫੈਸਿਲਿਟੇਸ਼ਨ ਕੌਂਸਲ, ਉਹ ਬਣਾਈ ਔਰ ਇਹ ਕੌਂਸਲ ਕੀ ਕਰਦੀ, ਇਹ ਵਨ ਵਿੰਡੋ ਵਾਂਗੂ ਇੱਕ ਹੀ ਔਰ ਇਹ ਪਾਕਿਸਤਾਨ ਵਾਸਤੇ ਕਿੰਨਾ ਸੀਰੀਅਸ ਮਾਮਲਾ ਹੈ ਔਰ ਇਹ ਵਾਲੀ ਜਿਹੜੀ ਕੌਂਸਲ ਹੈ ਇਹ ਕੌਮੀ ਸਲਾਮਤੀ ਦੇ ਨਾਲ ਜੋੜੀ ਗਈ। ਇਸੇ ਵਾਸਤੇ ਆਰਮੀ ਚੀਫ ਵੀ ਇਹਦਾ ਹਿੱਸਾ ਹੈਗੇ ਕਿ ਪਾਕਿਸਤਾਨ ਦੀ ਮਈਸ਼ਤ ਦੀ ਬਹਾਲੀ ਹੁਣ ਕੌਮੀ ਸਲਾਮਤੀ ਦਾ ਇਸ਼ੂ ਬਣ ਗਿਆ ਔਰ ਜਿਹੜੇ ਸਾਡੇ ਇਦਾਰਿਆਂ ਦੀ ਨਾਅਹਲੀ ਹੈਗੀ ਉਹਨੂੰ ਪੇਸ਼ ਨਜ਼ਰ ਰੱਖ ਕੇ ਇੱਕ ਅਲੱਗ ਤੋਂ ਇਦਾਰਾ ਬਣਾਇਆ ਗਿਆ ਔਰ ਹੁਣ ਜਿਹੜਾ ਵਫਦ ਆਇਆ ਵੇ ਇਹਦੇ ਵਿੱਚ ਸਾਊਦੀ ਅਰਬ ਦੇ ਕਿਹੜੇ ਕਿਹੜੇ ਲੋਕ ਸ਼ਾਮਲ ਨੇ। ਇਹ ਵਫਦ ਆਇਆ ਵੇ ਪ੍ਰਿੰਸ ਫੈਸਲ ਜਿਹੜੇ ਉੱਥੇ ਦੇ ਵਜ਼ੀਰ ਖਾਰਜਾ ਨੇ ਉਹਨਾਂ ਦੀ ਕਿਆਦਤ ਦੇ ਵਿੱਚ ਔਰ ਇਹਦੇ ਵਿੱਚ ਹੋਰ ਵੀ ਕੁਝ ਮਿਨਿਸਟਰਸ ਨੇ ਕਿ ਵਜ਼ੀਰ ਮਾਹੌਲੀਆਤ ਪਾਣੀ ਜ਼ਰਾਤ ਜਿਹੜੇ ਨੇ ਇੰਜੀਨੀਅਰ ਅਬਦੁਰਰਹਮਾਨ ਅਬਦੁਲ मोहसिन अल फजली ਇਹ ਇਹਦੇ ਸ਼ਾਮਲ ਨੇ। ਵਜ਼ੀਰ ਸਨਅਤ ਮਾਦੀ ਵਸਾਇਲ ਬੰਦਰ ਇਬਰਾਹੀਮ ਅਲ ਖੌਰਾਏ ਇਹ ਸ਼ਾਮਲ ਨੇ। ਫਿਰ ਸਾਊਦੀ ਅਰਬ ਦੇ ਜਿਹੜੇ ਸਰਮਾਇਆਕਾਰੀ ਦੇ ਅਸਿਸਟੈਂਟ ਮਿਨਿਸਟਰ ਨੇ ਇਬਰਾਹੀਮ ਯੂਸਫ ਅਲ ਮੁਬਾਰਕ ਉਹ ਇਹਦੇ 'ਚ ਆਏ ਨੇ। ਇਹਦੇ ਤੋਂ ਇਲਾਵਾ ਕਿਹੜੇ ਕਿਹੜੇ ਲੋਕ ਆਏ ਨੇ, ਉਹ ਮੁਖਤਲਿਫ ਮਹਿਕਮਿਆਂ ਦੇ ਲੋਕ ਆਏ ਨੇ, ਉਹਨਾਂ ਮਹਿਕਮਿਆਂ ਦੇ ਜਿਹਦੇ ਬਾਰੇ ਪਾਕਿਸਤਾਨ ਇਨਵੈਸਟਮੈਂਟ ਦੀ ਦਾਵਤ ਦੇ ਰਿਹਾ ਸਾਊਦੀ ਅਰਬ ਦਾ। ਉਹ ਮਾਹਿਰੀਨ ਆਏ ਨੇ, ਉਹ ਇੱਥੇ ਦੇ ਮਾਹਿਰੀਨ ਨਾਲ ਗੱਲ ਕਰਨਗੇ, ਇੱਥੇ ਦੇ ਹੁਕਾਮ ਨਾਲ ਗੱਲ ਕਰ ਰਹੇ ਨੇ ਔਰ ਅੱਜ ਪਹਿਲਾ ਦਿਨ ਸੀ ਤੇ ਪਹਿਲੇ ਦਿਨ ਵਿੱਚ ਹੀ ਉਹਨਾਂ ਨੇ ਖਾਸੀ ਮੁਲਾਕਾਤਾਂ ਕੀਤੀਆਂ। ਸਦਰ ਮਮਲਕਤ ਜਨਾਬ ਆਸਫ ਜ਼ਰਦਾਰੀ ਸਾਹਿਬ ਨਾਲ ਮੁਲਾਕਾਤ ਹੋਈ ਉਹਨਾਂ ਦੀ ਵਜ਼ੀਰ ਆਜ਼ਮ ਪਾਕਿਸਤਾਨ ਜਨਾਬ ਸ਼ਹਬਾਜ਼ ਸ਼ਰੀਫ ਸਾਹਿਬ ਨਾਲ ਮੁਲਾਕਾਤ ਹੋਈ ਔਰ ਫਿਰ ਸਪੈਸ਼ਲ ਇਨਵੈਸਟਮੈਂਟ ਫੈਸਿਲਿਟੇਸ਼ਨ ਕੌਂਸਲ ਜਿਹੜੀ ਨੇ ਉਹਦੇ ਨਾਲ ਵੀ ਵਫਦ ਨੇ ਮੁਲਾਕਾਤ ਕੀਤੀ ਔਰ ਖਾਸੀ ਬਰੀਫਿੰਗ ਲਈ ਉਹਨਾਂ ਦੀ ਦਿਲਚਸਪੀ ਜ਼ਿਆਦਾ ਜਿਹੜੀ ਹੈ ਪ੍ਰੈਜ਼ੀਡੈਂਟ ਔਰ ਜਿਹੜੇ ਵਜ਼ੀਰ ਆਜ਼ਮ ਨੇ ਉੱਥੇ ਤਾਂ ਫਾਰਮਲ ਦੀ ਗੱਲ ਹੀ ਕੀਤੀ ਲੇਕਿਨ ਟੈਕਨੀਕਲ ਔਰ ਤਫਸੀਲੀ ਗੁਫ਼ਤਗੂ ਜਿਹੜੀ ਉਹਨਾਂ ਦੀ ਉਹ ਸਪੈਸ਼ਲ ਇਨਵੈਸਟਮੈਂਟ ਫੈਸਿਲਿਟੇਸ਼ਨ ਕੌਂਸਲ ਦੇ ਵਿੱਚ ਹੋਈ। ਉਹਨਾਂ ਨੇ ਉੱਥੇ ਸਵਾਲ ਪੁੱਛੇ ਵਫਦ ਦੇ ਕਿ ਸਾਨੂੰ ਅਗਰ ਕੋਈ ਪ੍ਰੋਬਲਮ ਹੁੰਦਾ ਹੈ ਤੇ ਉਹਨੂੰ ਹੱਲ ਕਰਨ ਦਾ ਨਿਜ਼ਾਮ ਕੀ ਹੈ, ਸਾਡੇ ਕੋਲ ਸਿਕਿਉਰਿਟੀ ਦੇ ਨਿਜ਼ਾਮ ਸਿਸਟਮ ਕੀ ਹੈਗਾ ਹੈ, ਸਾਡੀ ਜਿਹੜੀ ਮਾਲੀਆਤੀ ਸਿਕਿਉਰਿਟੀ ਉਹਦੀ ਸ਼ਕਲ ਕੀ ਹੋਵੇਗੀ ਔਰ ਫਿਰ ਇੱਥੇ ਕੰਮ ਕਰਨ ਦਾ ਤਰੀਕਾਕਾਰ ਜਿਹੜੇ ਮਹਿਕਮੇ ਜਿਨ੍ਹਾਂ ਨਾਲ ਵਾਹ ਪੈਣਾ ਇਨਵੈਸਟਰਸ ਨੂੰ ਉਹਨਾਂ ਦੇ ਨਾਲ ਜਿਹੜੀ ਤਲਕਾਤ ਕੋਆਰਡੀਨੇਸ਼ਨ ਉਹ ਕਿਸ ਤਰ੍ਹਾਂ ਹੋਵੇਗੀ, ਇਹ ਸਾਰੀਆਂ ਗੱਲਾਂ। ਫਿਰ ਜਿਹੜੇ ਇਦਾਰੇ ਉਹਨਾਂ ਨੂੰ ਅਸੀਂ ਪੇਸ਼ਕਸ਼ ਕਰਨ ਦੇ ਉਹ ਖਾਸੇ ਜ਼ਿਆਦਾ ਨੇ ਇਦਾਰੇ, ਮੈਂ ਕੁਝ ਲਿਖੇ ਨਹੀਂ ਇਦਾਰੇ ਕਿਉਂਕਿ ਉਹ ਜ਼ਿਆਦਾ ਹੈਗੇ ਨੇ ਤੇ ਜ਼ੁਬਾਨੀ ਯਾਦ ਰੱਖਣਾ ਸ਼ਾਇਦ ਮੁਸ਼ਕਲ ਹੋ ਜਾਂਦਾ ਸੀ। ਤੇ ਪਾਕਿਸਤਾਨ ਨੂੰ ਇੱਕ ਤਾਂ ਕੈਪੀਟਲ ਮਾਰਕੀਟ ਦੇ ਵਿੱਚ ਪਾਕਿਸਤਾਨ ਨੇ ਇਨਵੈਸਟਮੈਂਟ ਕਰਨੀ, ਪਾਕਿਸਤਾਨ ਦੀ ਕੈਪੀਟਲ ਮਾਰਕੀਟ ਦੇ ਵਿੱਚ ਸਾਊਦੀ ਅਰਬ ਦਿਲਚਸਪੀ ਜ਼ਾਹਿਰ ਕੀਤੀ, ਸਟਾਕ ਮਾਰਕੀਟ ਦੇ ਵਿੱਚ ਕਰੇਗਾ। ਪਾਕਿਸਤਾਨ ਕਿਉਂਕਿ ਵੱਡੀ ਇੱਕ ਮਾਰਕੀਟ ਹੈ ਤੇ ਇੱਥੇ 2 5 ਸਟਾਰ ਹੋਟਲ ਜਿਹੜੇ ਨੇ ਉਹਦੇ ਵਿੱਚ ਵੀ ਕਿਹਾ ਗਿਆ ਕਿ ਜਾਇੰਟ ਵੈਂਚਰ ਕਰੇ। ਤੇ ਫਿਰ ਮਟਿਆਰੀ ਟਰਾਂਸਮਿਸ਼ਨ ਲਾਈਨ ਜਿਹੜੀ ਤੇ ਫਸਟ ਵੂਮਨ ਬੈਂਕ
ਉੱਥੇ ਸਾਊਦੀ ਇਨਵੈਸਟਮੈਂਟ ਅਸੀਂ ਚਾਹੁੰਦੇ, ਪੀਆਈਏ ਔਰ 에ਅਰਪੋਰਟਸ ਦੀ ਨਿਜਕਾਰੀ ਦੇ, ਇਹਦੇ ਵਿੱਚ ਅਸੀਂ ਚਾਹੁੰਦੇ ਕਿ ਜਾਇੰਟ ਵੈਂਚਰ ਹੋਵੇ ਸਾਡਾ ਸਾਊਦੀ ਅਰਬ ਦੇ ਨਾਲ। ਤੇ ਇਸ ਤੋਂ ਇਲਾਵਾ ਜਿਹੜਾ ਸਾਊਦੀ ਅਰਬ ਇਹ ਚਾਹੁੰਦਾ ਹੈ ਕਿ ਇੱਥੇ ਜਿਹੜਾ ਸੋਨੇ ਦੀ ਤਲਾਸ਼ ਔਰ ਉਹਦੀ ਪ੍ਰੋਸੈਸ ਦਾ ਅਮਲ ਹੈ ਉਹਦੇ ਵਿੱਚ ਵੀ ਉਹਦੀ ਇਨਵੈਸਟਮੈਂਟ ਹੋਵੇ। ਇਹ ਇੱਕ ਵੱਡਾ ਪ੍ਰੋਜੈਕਟ ਹੈ ਜਿਹੜਾ ਰਿਕਾਰਡ ਦਾ ਸਾਊਦੀ ਅਰਬ ਨੇ ਪ੍ਰੈਕਟੀਕਲੀ ਤਾਂ ਕੁਝ ਦਿਨ ਪਹਿਲੇ ਐਲਾਨ ਕਰ ਦਿੱਤਾ ਕਿ ਉਹਦੇ ਵਿੱਚ ਉਹ $1 ਅਰਬ ਦੀ ਇਨਵੈਸਟਮੈਂਟ ਵਾਸਤੇ ਤਿਆਰ ਹੈ। ਲੇਕਿਨ ਮੁਮਕਿਨ ਹੈ ਕਿ ਇਹ ਜਦੋਂ ਫਾਈਨਲ ਹੋਣ ਚੀਜ਼ਾਂ ਵਫਦ ਦੇ ਨਾਲ ਗੁਫ਼ਤਗੂ ਤਫਸੀਲੀ ਦੇ ਨਾਲ, ਤੇ ਇਹ ਇਨਵੈਸਟਮੈਂਟ ਵੱਧ ਵੀ ਜਾਵੇ। ਇਸੇ ਤਰ੍ਹਾਂ ਸਾਊਦੀ ਅਰਬ ਜਿਹੜਾ ਹੈ ਉਹ ਮਾਈਨਿੰਗ, ਆਈਟੀ, ਜ਼ਰਾਤ, ਤਜਾਰਤ, ਤਵਾਨਾਈ, ਟਰਾਂਸਪੋਰਟ ਦੇ ਜਿਹੜੇ ਸ਼ੋਬੇ ਨੇ ਉਹਦੇ ਵਿੱਚ ਦਿਲਚਸਪੀ ਰੱਖਦਾ ਹੈ। ਪੀਆਈਏ ਤੇ 에ਅਰਪੋਰਟਸ ਦੀ ਜਿਹੜੀ ਨਿਜਕਾਰੀ ਉਹਦੇ ਵਿੱਚ ਵੀ ਉਹਦੀ ਦਿਲਚਸਪੀ ਹੈਗੀ। ਤੇ ਇਹ ਜਨਾਬ ਅੱਜ ਦਾ ਜਿਹੜਾ ਹੈਗਾ ਸੀ ਸਾਊਦੀ ਵਫਦ, ਕਿਉਂਕਿ ਬੜਾ ਅਹਿਮ ਰਿਹਾ ਔਰ ਇਹਨੂੰ ਹਾਈਲੀ ਇੱਕ ਸਟੇਟਸ ਦਿੱਤਾ ਗਿਆ। ਪਾਕਿਸਤਾਨ ਦੇ ਵਿੱਚ ਵੀਵੀਆਈਪੀ ਪ੍ਰੋਟੋਕੋਲ ਇਹਨੂੰ ਮਿਲਿਆ ਔਰ ਜਿਹੜੇ ਇਦਾਰੇ ਔਰ ਅਹਿਮ ਸ਼ਖਸੀਅਤ ਸਨ ਉੱਥੇ ਵੀ ਇਹ ਵਫਦ ਗਿਆ, ਉਹਨਾਂ ਨਾਲ ਮੁਲਾਕਾਤਾਂ ਕੀਤੀਆਂ। ਤੇ ਮਾਹਿਰੀਨ ਦਾ ਇਹ ਖਿਆਲ ਹੈ ਕਿ ਅਗਲੇ ਕੁਝ ਅਰਸੇ 'ਚ ਜਿਹੜਾ ਪਾਕਿਸਤਾਨ ਬੇਲ ਆਊਟ ਲੈਂਦਾ ਰਿਹਾ ਵੇ ਇਹਦੇ ਕੋਲੋਂ, ਆਈਐਮਐਫ ਕੋਲੋਂ, ਤੇ ਸ਼ਾਇਦ ਹੁਣ ਪਾਕਿਸਤਾਨ ਆਈਐਮਐਫ ਕੋਲ ਜਾਣਾ ਤਾਂ ਚਾਹੁੰਦਾ ਹੈ ਔਰ ਜਾਵੇਗਾ ਵੀ, ਲੇਕਿਨ ਉਹ ਉਨੀ ਰਕਮ ਨਹੀਂ ਚਾਹੁੰਦਾ ਆਈਐਮਐਫ ਕੋਲੋਂ ਲੈਣਾ। ਉਹ ਉਹਦਾ ਬੰਦੋਬਸਤ ਜਿਹੜਾ ਫਾਰਨ ਰਿਜ਼ਰਵ ਦਾ ਉਹ ਇਸ ਇਨਵੈਸਟਮੈਂਟ ਨਾਲ ਚਾਹੁੰਦਾ ਹੈ ਕਿ ਅਗਰ ਉਹ 5, 6, 7 ਅਰਬ ਡਾਲਰ ਉਹਨੂੰ ਇਨਵੈਸਟਮੈਂਟ ਦੇ ਜ਼ਰੀਏ ਆ ਜਾਂਦਾ ਹੈ ਤੇ ਫਿਰ ਉਹਨੂੰ ਲਗਭਗ ਕੋਈ $15 ਅਰਬ ਚਾਹੀਦੇ ਨੇ ਇਹ ਅਗਲੇ ਸਾਲ ਵਾਸਤੇ ਗਵਰਨਮੈਂਟ ਨੂੰ। ਤੇ ਉਹਦੇ ਵਿੱਚੋਂ ਫਿਰ ਉਹ ਦੁਬਾਰਾ ਇੱਕ ਪੈਕੇਜ ਜਿਹੜਾ ਹੈ 5, 6 ਜਾਂ 7 ਅਰਬ ਡਾਲਰ ਦਾ ਉਹ ਆਈਐਮਐਫ ਕੋਲੋਂ ਲਵੇਗਾ। ਤੇ ਯੂ ਆਈਐਮਐਫ ਦੇ ਔਰ ਸਾਊਦੀ ਇਨਵੈਸਟਮੈਂਟ ਜਿਹੜੀ ਇਹ ਮਿਲ ਕੇ ਪਾਕਿਸਤਾਨ ਦੇ ਜ਼ਰ ਮੁਬਾਦਲਾ ਦੀ ਜਿਹੜੀ ਜ਼ਰੂਰੀਅਤ ਨੇ ਉਹ ਪੂਰੀਆਂ ਕਰ ਲੈਣਗੀਆਂ। ਇਸ ਦੌਰੇ ਦਾ ਇੱਕ ਇਹ ਵੀ ਫੈਕਟਰ ਔਰ ਇੱਕ ਫਾਇਦਾ ਹੋ ਸਕਦਾ ਹੈ, ਇਹ ਆਮ ਤੌਰ ਤੇ ਰਵਾਇਤ ਬਣ ਚੁੱਕੀ ਹੈ ਕਿ ਜਿੱਥੇ ਸਾਊਦੀ ਇਨਵੈਸਟਮੈਂਟ ਹੁੰਦੀ ਹੈ ਯੂਏਈ ਦੀ ਵੀ ਇਨਵੈਸਟਮੈਂਟ ਉੱਥੇ ਹੁੰਦੀ ਹੈ। ਪਾਕਿਸਤਾਨ ਦੇ ਜਿਹੜੇ ਅਕਾਊਂਟਸ ਨੇ ਉਹਦੇ ਵਿੱਚ ਸਾਊਦੀ ਅਰਬ ਨੇ ਪੈਸੇ ਰੱਖੇ ਤੇ ਯੂਏਈ ਨੇ ਵੀ ਰੱਖੇ ਨੇ, ਚੀਨ ਨੇ ਰੱਖੇ ਨੇ। ਔਰ ਪਾਕਿਸਤਾਨ ਪਿਛਲੇ 2-3 ਸਾਲ ਤੋਂ ਜਦੋਂ ਮੁੱਦਤ ਪੂਰੀ ਹੋ ਜਾਂਦੀ ਤੇ ਫਿਰ ਰਿਕੁਐਸਟ ਕਰਦਾ ਹੈ ਉਹਨਾਂ ਨੂੰ ਕਿ ਜਨਾਬ ਤੁਸੀਂ ਹਾਲੇ ਪੈਸੇ ਕਢਾਓ ਨਾ, ਇਹ ਪੈਸੇ ਰਹਿ ਦੇ ਇੱਥੇ। ਸੋ ਇਹ ਗੱਲ ਕਿ ਅਸੀਂ ਕਈ ਤਰੀਕੇ ਨਾਲ ਮਾਲੀਆਤੀ ਬੰਦੋਬਸਤ ਕਰਨ ਡਏ ਆ, ਇਹ ਚੀਜ਼ਾਂ ਸਾਡੇ ਹੱਥੋਂ ਨਿਕਲਣ ਡਈਆਂ ਨੇ। ਔਰ ਆਹਿਸਤਾ ਆਹਿਸਤਾ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਪਾਲਿਸੀ ਸਾਜ਼ ਨੇ ਜਿਨ੍ਹਾਂ ਨੂੰ ਇਹ ਅਹਿਸਾਸ ਨਹੀਂ ਸੀ ਹੋ ਰਿਹਾ, ਆਮ ਬੰਦਾ ਵੀ, ਇੱਕ ਗਰੀਬ ਆਦਮੀ, ਮਜ਼ਦੂਰ ਆਦਮੀ ਵੀ ਸਮਝ ਰਿਹਾ ਸੀ ਕਿ ਸਾਡੇ ਜਿਹੜੇ ਮਾਲੀਆਤੀ ਇਹ ਨਿਜ਼ਾਮ ਇਹ ਕਿਹੜੀ ਤਬਾਹੀ ਵੱਲ ਜਾ ਰਿਹਾ। ਲੇਕਿਨ ਸਾਡੀਆਂ ਹੁਕੂਮਤਾਂ ਜਿਹੜੀਆਂ ਸੀ ਉਹ ਇਹਦਾ ਅਹਿਸਾਸ ਨਹੀਂ ਸੀ ਕਰ ਪਾ ਰਹੀਆਂ। ਤੇ ਹੁਣ ਮੈਨੂੰ ਲੱਗਦਾ, ਪਹਿਲੀ ਦਫਾ ਮੈਨੂੰ ਲੱਗਦਾ ਹੈ ਕਿ ਹੁਕੂਮਤੀ ਸਤਹ ਤੇ ਔਰ ਬਲਾਈ ਤਬਕਾਤ ਦੀ ਸਤਹ ਦੇ ਉੱਤੇ ਇੱਕ ਫੀਲਿੰਗ ਹੈਗੀ ਹੈ ਕਿ ਇਸ ਮੁਲਕ ਨੂੰ ਕਰਜ਼ਿਆਂ ਦੇ ਉੱਤੇ ਜ਼ਿਆਦਾ ਦੇਰ ਨਹੀਂ ਚਲਾਇਆ ਜਾ ਸਕਦਾ। ਇਸ ਮੁਲਕ ਨੂੰ ਚਲਾਉਣ ਵਾਸਤੇ ਸਾਨੂੰ ਫਾਰਨ ਇਨਵੈਸਟਮੈਂਟ ਚਾਹੀਦੀ ਹੈ, ਇੱਥੇ ਲੋਕਾਂ ਨੂੰ ਰੋਜ਼ਗਾਰ ਚਾਹੀਦਾ ਹੈ, ਇੱਥੇ ਦੌਲਤ ਦੀ ਪੈਦਾਵਾਰ ਹੋਣੀ ਚਾਹੀਦੀ, ਪ੍ਰੋਡਕਸ਼ਨ ਹੋਣੀ ਚਾਹੀਦੀ ਹੈ, ਵੈਲਥ ਪ੍ਰੋਡਕਸ਼ਨ ਹੋਣੀ ਚਾਹੀਦੀ, ਔਰ ਇੱਥੋਂ ਦੇ ਲੋਕ ਜਿਹੜੇ ਨੇ ਉਹ ਪੈਸਾ ਕਮਾਉਣ। ਜਿੰਨੀ ਦੇਰ ਤੱਕ ਸਾਡੇ ਮਿਡਲ ਕਲਾਸ ਔਰ ਲੋਅਰ ਮਿਡਲ ਕਲਾਸ ਪੈਸੇ ਨਹੀਂ ਨਾ ਕਮਾਏਗੀ, ਤੁਸੀਂ ਸਮਝੋ ਕਿ ਸਾਡੀ ਮਈਸ਼ਤ ਨੂੰ ਕੋਈ ਫਰਕ ਨਹੀਂ ਪਏਗਾ। ਹਰ ਦੁਨੀਆ ਦਾ ਮੁਲਕ ਜਿਹਨੇ ਮਾਲੀਆਤੀ ਤੌਰ ਤੇ ਮਾਸ਼ੀ ਤੌਰ ਤੇ ਤਰੱਕੀ ਕੀਤੀ ਹੈ, ਉਹਦੀ ਮਿਡਲ ਕਲਾਸ ਤੇ ਲੋਅਰ ਮਿਡਲ ਕਲਾਸ ਜਿਹੜੀ ਉਹਨਾਂ ਨੇ ਗੁਰਬਤ ਤੋਂ ਨਿਜਾਤ ਪਾਈ। ਸਾਡੇ ਸਾਹਮਣੇ ਚੀਨ ਦੀ ਮਿਸਾਲ ਹੈ, ਸਾਡੇ ਸਾਹਮਣੇ ਇੰਡੀਆ ਦੀ, ਸਾਡੇ ਹਮਸਾਏ ਦੀ ਮਿਸਾਲ ਹੈ, ਜਿਨ੍ਹਾਂ ਨੇ ਕੋਈ 40 ਕਰੋੜ ਬੰਦੇ ਜਿਹੜੇ ਨੇ ਉਹ ਪਿਛਲੇ ਚੰਦ ਸਾਲਾਂ ਦੇ ਵਿੱਚ ਖੱਤੇ ਗੁਰਬਤ ਤੋਂ ਉੱਤੇ ਆਏ ਨੇ, ਉੱਥੇ ਉਹਨਾਂ ਕੋਲ ਪੈਸੇ ਆਏ ਨੇ। ਸਾਡੇ ਸਾਹਮਣੇ ਬੰਗਲਾਦੇਸ਼ ਦੀ ਮਿਸਾਲ ਹੈ। ਤੇ ਸੋ ਇਰਦ ਗਿਰਦ ਸਾਡੇ ਚੰਗੀਆਂ ਮਿਸਾਲਾਂ ਤਾਂ ਆ ਰਹੀਆਂ ਨੇ, ਲੇਕਿਨ ਅਫਸੋਸ ਇਹ ਕਿ ਅਸੀਂ ਕੋਈ ਮਿਸਾਲ ਚੰਗੀ ਨਹੀਂ ਹਾਲੇ ਤੱਕ ਬਣਾ ਰਹੇ। ਤੇ ਦੁਆ ਕਰੀ ਦੀ ਹੈ ਕਿ ਅੱਲਾ ਕਰੇ ਕਿ ਇਹ ਜਿਹੜਾ ਸਾਊਦੀ ਵਫਦ ਆਇਆ, ਸਾਡੀ ਤਵੱਕੁਆਤ ਅਗਰਚੇ ਬਹੁਤ ਹਾਈ ਨੇ ਇਹਦੇ ਹਵਾਲੇ ਨਾਲ, ਤੇ ਦੁਆ ਕਰ ਰਹੇ ਕਿ ਪੂਰੀਆਂ ਹੋ ਜਾਣ ਕਿ ਸਾਡੇ ਜਿਹੜੇ ਉਹ ਜ਼ਿੰਮੇਦਾਰ ਰਿਆਸਤ ਚਲਾਉਣ ਵਾਲੇ ਇਦਾਰੇ ਔਰ ਸ਼ਖਸੀਅਤ ਨੇ, ਅਹੁਦੇਦਾਰ ਨੇ, ਮਨਸਬਦਾਰ ਨੇ, ਜਿਹੜੇ ਮੁਲਕ ਦੇ ਫੈਸਲੇ ਕਰਦੇ ਨੇ, ਅੱਲਾ ਕਰੇ ਕਿ ਉਹ ਵੀ ਹਕੀਕਤ ਪਸੰਦਾਨਾ ਫੈਸਲੇ ਕਰਨ ਔਰ ਇਹਦੇ ਵਿੱਚ ਅਗਰ ਕਿਤੇ ਕੋਈ ਖਰਾਬੀ ਦਾ ਇਮਕਾਨ ਹੈ ਤੇ ਉਹਨੂੰ ਹੁਣੇ ਹੀ ਉਹ ਖਰਾਬੀ ਨੂੰ ਦੂਰ ਕਰਨ। ਤੇ ਜੀਦੇ ਰਹੋ, ਵਸਦੇ ਰਹੋ। ਉਮੀਦ ਹੈ ਕਿ ਤੁਸੀਂ ਪਸੰਦ ਕਰੋਗੇ। ਔਰ ਇੱਕ ਰਿਕੁਐਸਟ ਤੁਹਾਨੂੰ ਹੈਗੀ
ਕਿ ਅਗਰ ਤੁਸੀਂ ਹੁਣ ਤੱਕ ਇਹ ਵਾਲਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਜ਼ਰੂਰ ਸਬਸਕ੍ਰਾਈਬ ਕਰੋ। ਮੈਂ ਅੱਗੇ ਕੁਝ ਅਰਸੇ ਬਾਅਦ ਬਹੁਤ ਵੱਡੇ ਔਰ ਅਹਿਮ ਮੌਜੂਆਤ ਦੇ ਉੱਤੇ ਗੱਲ ਕਰਨਾ ਚਾਹ ਰਿਹਾ ਵਾਂ, ਤੇ ਹਾਲੇ ਜਦੋਂ ਜਿਵੇਂ ਜਿਵੇਂ ਦੋਸਤ ਸਾਡਾ ਜੁੜਦੇ ਜਾਣਗੇ, ਇਹ ਤਿਆਰੀ ਇੱਕ ਤਰ੍ਹਾਂ ਦੀ ਤੁਸੀਂ ਸਮਝ ਲਓ, ਤੇ ਮੇਰੇ ਨਾਲ ਜੁੜੋ। ਇਨਸ਼ਾਅੱਲਾ ਅਸੀਂ ਬਿਹਤਰ, ਸ਼ਾਇਸਤਾ ਔਰ ਕੋਈ ਐਸੀ ਗੁਫ਼ਤਗੂ ਕਰਾਂਗੇ ਜਿਹਦੇ ਨਾਲ ਤੁਹਾਡਾ ਵੀ ਫਾਇਦਾ ਹੋ। ਬਹੁਤ ਸ਼ੁਕਰੀਆ।